ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਮੂਹ ਸਾਧ ਸੰਗਤੀਓ, ਭਾਦੋਂ ਦੇ ਮਹੀਨੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਆਪਾਂ ਉਸ ਦੀ ਵਿਚਾਰ ਸੰਖੇਪ ਰੂਪ ਵਿੱਚ ਕਰਨੀ ਹੈ। ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਆਓ ਆਪਾਂ ਭਾਦੋਂ ਦੇ ਮਹੀਨੇ ਰਾਹੀਂ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਉਪਦੇਸ਼ ਕੀਤਾ ਹੈ, ਉਸ ਦੀ ਵਿਚਾਰ ਸਾਂਝੀ ਕਰੀਏ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਭਾਦੋਂ ਮਹੀਨੇ ਦੇ ਅੰਦਰ, ਭਾਦੋਂ ਮਹੀਨੇ ਦੇ ਵਿੱਚ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ, ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਕਿ ਭਾਦੋਂ ਦਾ ਮਹੀਨਾ ਜਦੋਂ ਆਉਂਦਾ ਹੈ, ਸਾਵਣ ਦੇ ਮਹੀਨੇ ਵਿੱਚ ਜਦੋਂ ਸਾਵਣ ਦਾ ਮਹੀਨਾ ਚੜ੍ਹਿਆ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸੋ ਸਾਵਣ ਦੇ ਮਹੀਨੇ ਵਿੱਚ ਗਰਮੀ ਦੇ ਮੌਸਮ ਨੂੰ ਕੱਟਦੇ ਹੋਏ ਵਰਸ਼ਾ ਰਿਤੂ ਆਈ ਅਤੇ ਬੱਦਲ ਆਏ ਅਤੇ ਬਾਰਿਸ਼ਾਂ ਪੈਣ ਦੇ ਨਾਲ ਮੌਸਮ ਬਹੁਤ ਵਧੀਆ, ਬਹੁਤ ਹੀ ਸੁਹਾਵਣਾ ਹੋ ਗਿਆ। ਇਸੇ ਤਰ੍ਹਾਂ ਜਦੋਂ ਸਾਵਣ ਦਾ ਮਹੀਨਾ ਬਤੀਤ ਹੋ ਗਿਆ ਅਤੇ ਭਾਦੋਂ ਦਾ ਮਹੀਨਾ ਚੜ੍ਹਿਆ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਕੀਤਾ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਭਰਮ ਦਾ ਜ਼ਿਕਰ ਕੀਤਾ ਕਿ ਮਨੁੱਖ ਭਰਮ ਦੇ ਵਿੱਚ ਪੈ ਜਾਂਦਾ। ਕਿਵੇਂ? ਜਿਵੇਂ ਬਾਹਰ ਦੇ ਮੌਸਮ ਅੰਦਰ ਇੱਦਾਂ ਹੁੰਦਾ ਹੈ ਭਾਦੋਂ ਦੇ ਮਹੀਨੇ ਵਿੱਚ ਕਿ ਸਾਵਣ ਦੇ ਵਿੱਚ ਤਾਂ ਬੱਦਲ ਆਉਂਦੇ ਸੀ ਅਤੇ ਮੀਂਹ ਪੈ ਜਾਂਦਾ ਸੀ ਅਤੇ ਮੌਸਮ ਠੰਡਾ ਹੋ ਜਾਂਦਾ ਸੀ। ਲੇਕਿਨ ਜਦੋਂ ਭਾਦੋਂ ਦਾ ਮਹੀਨਾ ਚੜ੍ਹਿਆ ਅਤੇ ਭਾਦੋਂ ਦੇ ਵਿੱਚ ਕੀ ਹੋਇਆ, ਬੱਦਲ ਆਉਂਦੇ ਨੇ, ਇੱਕ ਭਰਮ ਵਾਂਗੂ ਭਰਮ ਪੈਦਾ ਹੋ ਜਾਂਦਾ ਹੈ। ਬੱਦਲ ਆਉਂਦੇ ਹਨ, ਬਾਰਿਸ਼ ਪੈ ਕੇ ਫਿਰ ਧੁੱਪ ਨਿਕਲਦੀ ਹੈ ਅਤੇ ਇੱਕਦਮ ਫਿਰ ਗਰਮੀ ਹੋ ਜਾਂਦੀ ਹੈ। ਉਹ ਹੁਮਸ ਬਣੀ ਰਹਿੰਦੀ ਹੈ, ਉਹ ਭਟਕਣਾ ਬਣੀ ਰਹਿੰਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਸੇ ਢੰਗ ਨਾਲ ਹੀ ਉਪਦੇਸ਼ ਕੀਤਾ ਕਿ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਭੁਲਾਣੀਆਂ ਕਿ ਜੀਵ ਰੂਪੀ ਇਸਤਰੀ ਭਰਮ ਦੇ ਵਿੱਚ ਪੈ ਗਈ, ਦੂਜੇ ਲੱਗਾ ਹੇਤ। ਦੂਜੇ ਦੇ ਨਾਲ ਪਿਆਰ ਕਰ ਲਿਆ ਤਾਂ ਉਹ ਭਰਮ ਭੁਲੇਖਿਆਂ ਦੇ ਵਿੱਚ ਪੈ ਗਈ। ਭਰਮ ਕੀ ਹੈ? ਭਰਮ ਦਾ ਅਰਥ ਆਪਾਂ ਜਾਣਨ ਲਈ ਆਪਾਂ ਗੁਰਬਾਣੀ ਵਿੱਚੋਂ, ਗੁਰਬਾਣੀ ਦੀ ਰੋਸ਼ਨੀ ਵਿੱਚ ਹੀ ਨਜ਼ਰ ਮਾਰੀਏ। ਭਰਮ ਕੀ ਹੈ? ਇੱਕ ਥਾਂ 'ਤੇ ਗੁਰੂ ਜੀ ਦਾ ਬਚਨ ਆਉਂਦਾ ਹੈ, ਸਾਹਿਬ ਕਹਿੰਦੇ ਹਨ, ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਕਿ ਭਰਮ ਕੀ ਹੈ? ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਰਹਾਉ ਵਾਲੀ ਪੰਕਤੀ ਹੈ। ਸੋ ਸ਼ਬਦ ਇਹ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ। ਭਗਤ ਰਵਿਦਾਸ ਜੀ ਸਾਨੂੰ ਭਰਮ ਦੇ ਬਾਰੇ ਗਿਆਨ ਦੇ ਰਹੇ ਹਨ ਕਿ ਭਰਮ ਕੀ ਹੈ। ਕਹਿੰਦੇ ਹਨ, ਸੋਰਠ ਰਾਗ ਦੇ ਅੰਦਰ ਸ਼ਬਦ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਭਰਮ ਕੀ ਹੈ? ਕਿ ਜਦੋਂ ਅਸੀਂ ਆਪਣੇ ਆਪ ਨੂੰ ਹੀ ਅੱਗੇ ਰੱਖਦੇ ਹਾਂ। ਜਬ ਹਮ ਹੋਤੇ ਤਬ ਤੂੰ ਨਾਹੀਂ। ਜਦੋਂ ਬੰਦਾ ਆਪਣੇ ਹੰਕਾਰ ਵਿੱਚ ਹੁੰਦਾ ਹੈ, ਬੰਦਾ ਆਪਣੇ ਮੈਂ ਦੇ ਅੰਦਰ ਹੁੰਦਾ ਹੈ, ਅਤੇ ਪਰਮਾਤਮਾ ਨੂੰ ਸੰਬੋਧਨ ਕੀਤਾ ਜਾ ਰਿਹਾ ਕਿ ਹੇ ਪਰਮਾਤਮਾ, ਜਦੋਂ ਬੰਦਾ ਆਪਣੇ ਹੰਕਾਰ ਵਿੱਚ ਹੁੰਦਾ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ, ਫਿਰ ਪਰਮਾਤਮਾ ਦੀ ਹੋਂਦ ਨਹੀਂ ਹੁੰਦੀ। ਜਦੋਂ ਬੰਦਾ ਆਪਣੇ ਹੰਕਾਰ ਵਿੱਚ ਹੋਵੇ, ਇਹ ਇੱਕ ਭਰਮ ਬਣ ਗਿਆ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਹੁਣ ਭਰਮ ਖਤਮ ਹੋ ਗਿਆ, ਅਬ ਤੂੰ ਹੀ ਮੈਂ ਨਾਹੀਂ। ਕਿ ਹੇ ਪਰਮਾਤਮਾ, ਅਬ ਤੂੰ ਹੀ ਚਾਰ ਸਪੇਰੇ ਮੈਨੂੰ ਨਜ਼ਰ ਆ ਰਿਹਾ, ਹੋਰ ਕੁਛ ਵੀ ਨਹੀਂ, ਮੈਂ ਨਾ ਹਾਂ। ਹੁਣ ਮੇਰਾ ਅਸਤਿਤਵ ਨਹੀਂ ਰਹੇ। ਭਗਤ ਜੀ ਕਹਿ ਰਹੇ ਹਨ, ਅਨਲ ਅਗਮ ਜੈਸੇ ਲਹਿਰ ਮੈਂ, ਅਨਲ ਅਗਮ ਜੈਸੇ ਲਹਿਰ ਮੈਂ, ਉਦਤ ਜਲ ਕੇਵਲ ਜਲ ਮਾਹੀ। ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਅਤੇ ਲਹਿਰਾਂ ਸਮੁੰਦਰ ਨਾਲੋਂ ਵੱਖਰੀਆਂ ਨਹੀਂ ਹਨ। ਜੇ ਕੋਈ ਇਹ ਕਹਿ ਲਵੇ ਕਿ ਸਮੁੰਦਰ ਕੁਛ ਹੋਰ ਹੈ, ਲਹਿਰਾਂ ਕੁਛ ਹੋਰ ਹਨ, ਇਹ ਇੱਕ ਭਰਮ ਪੈਦਾ ਹੋ ਜਾਵੇਗਾ। ਇਹ ਇੱਕ ਭਰਮ ਹੋ ਸਕਦਾ ਹੈ, ਲੇਕਿਨ
ਸਮੁੰਦਰ ਤੋਂ ਲਹਿਰਾਂ ਵੱਖ ਨਹੀਂ ਹੋ ਸਕਦੀਆਂ। ਜੇ ਕੋਈ ਭਰਮ ਵਿੱਚ ਪੈ ਕੇ ਇਹ ਕਹਿ ਦਵੇ ਕਿ ਭਰਮ ਵਿੱਚ ਪੈ ਕੇ ਇਹ ਗੱਲ ਆਖ ਦੇਵੇ ਕਿ ਸਮੁੰਦਰ ਹੋਰ ਹੈ ਤੇ ਲਹਿਰਾਂ ਕੁਝ ਹੋਰ ਹਨ, ਇਹ ਇੱਕ ਭਰਮ ਹੋ ਸਕਦਾ ਹੈ, ਇਹ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦਾ। ਸੋ ਇਸ ਕਰਕੇ ਸਮੁੰਦਰ ਦੇ ਵਿੱਚੋਂ ਹੀ ਲਹਿਰਾਂ ਪੈਦਾ ਹੋਈਆਂ ਤੇ ਸਮੁੰਦਰ ਦੇ ਵਿੱਚ ਹੀ ਲੀਨ ਹੋ ਗਈਆਂ। ਇਹ ਇੱਕ ਸਾਡੇ ਮਨ ਦੀ ਸਿਆਣਪ ਜਾਂ ਸਮਝ ਜਾਂ ਬੇਸਮਝ ਦਾ ਇਹ ਇੱਕ ਅੰਦਾਜ਼ਾ ਹੈ ਕਿ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਕੀ ਹੈ? ਜੈਸਾ ਮੰਨੀਏ ਹੋਏ ਨਾ ਤੈਸਾ। ਜੋ ਹੁੰਦਾ ਹੈ ਉਹ ਨਹੀਂ ਹੁੰਦਾ, ਜੋ ਸਾਹਮਣੇ ਦਿਖ ਰਿਹਾ ਹੈ ਅਸਲ ਵਿੱਚ ਉਹ ਨਹੀਂ ਹੁੰਦਾ, ਉਸ ਨੂੰ ਕਹਿੰਦੇ ਹਨ ਭਰਮ। ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉੱਠੀਆਂ ਤੇ ਉਹ ਲਹਿਰਾਂ ਸਮੁੰਦਰ ਦਾ ਹੀ ਰੂਪ ਹਨ ਤੇ ਲਹਿਰਾਂ ਸਮੁੰਦਰ ਦਾ ਹੀ ਰੂਪ ਹਨ, ਸਮੁੰਦਰ ਲਹਿਰਾਂ ਦਾ ਰੂਪ ਹੋ ਜਾਂਦਾ। ਇਹ ਇੱਕ ਭਰਮ ਹੋ ਸਕਦਾ ਹੈ, ਲੇਕਿਨ ਲਹਿਰਾਂ ਤੇ ਸਮੁੰਦਰ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ। ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਇੱਦਾਂ ਤੇ ਹੋ ਸਕਦਾ ਹੈ, ਲੇਕਿਨ ਜੋ ਸਾਹਮਣੇ ਹੁੰਦਾ ਹੈ ਉਹ ਅਸਲ ਵਿੱਚ ਨਹੀਂ ਹੁੰਦਾ। ਫਿਰ ਅਗਲੀ ਉਦਾਹਰਨ ਭਗਤ ਜੀ ਦੇ ਰਹੇ ਹਨ। ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਭਇਆ ਭਿਖਾਰੀ। ਨਰਪਤ ਦਾ ਮਤਲਬ ਹੈ ਰਾਜਾ, ਨਰਾਂ ਦਾ ਪਤੀ ਰਾਜਾ। ਏਕ ਸਿੰਘਾਸਣ ਸੋਇਆ, ਸਿੰਘਾਸਣ ਦੇ ਉੱਤੇ ਸੁੱਤਾ ਰਾਤ ਨੂੰ, ਤੇ ਉਹ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ। ਉਹ ਆਪਣੇ ਆਪ ਨੂੰ ਭਿਖਾਰੀ ਦੇਖਦਾ ਹੈ ਤੇ ਦਰ ਦਰ 'ਤੇ ਮੰਗਦਾ ਫਿਰਦਾ ਹੈ। ਲੇਕਿਨ ਜਦੋਂ ਉਹਦਾ ਸੁਪਨਾ ਟੁੱਟਿਆ, ਜਦੋਂ ਉਹ ਜਾਗਿਆ ਉੱਠਿਆ ਤੇ ਉਹਨੇ ਇੱਕਦਮ ਦੇਖਿਆ ਕਿ ਇਹ ਤੇ ਮੈਨੂੰ ਭਰਮ ਸੀ, ਉਹ ਇੱਕ ਭਰਮ ਹੁੰਦਾ। ਉਹ ਸੁਪਨੇ ਦੇ ਵਿੱਚ ਭਿਖਾਰੀ ਬਣ ਕੇ ਦਰ ਦਰ 'ਤੇ ਠੋਕਰਾਂ ਖਾਂਦਾ ਫਿਰਦਾ ਹੈ, ਦਰ ਦਰ 'ਤੇ ਮੰਗਦਾ ਫਿਰਦਾ ਹੈ। ਲੇਕਿਨ ਜਦੋਂ ਉਹ ਨਰਪਤ ਜਾਗਦਾ ਹੈ ਤੇ ਦੇਖਦਾ ਹੈ ਕਿ ਹਾਂ ਮੈਂ ਤਾਂ ਭਰਮ ਦੇ ਵਿੱਚ ਸੀ, ਇਹ ਹੈ ਭਰਮ। ਨਰਪਤ ਇੱਕ ਸਿੰਘਾਸਣ ਸੋਇਆ ਸੁਪਨੇ ਭਇਆ ਭਿਖਾਰੀ। ਅਸ਼ਕ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੇ। ਉਹ ਕਹਿੰਦੇ ਹਨ ਕਿ ਉਹੀ ਹਾਲਤ ਸਾਡੀ ਹੋ ਗਈ ਕਿ ਅਸੀਂ ਵੀ ਇੱਕ ਭਰਮ ਦੇ ਵਿੱਚ ਫਸ ਕੇ ਇਸ ਸੰਸਾਰ ਦੇ ਵਿੱਚ ਅਸ਼ਕ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ। ਉਹੀ ਹਾਲਤ ਸਾਡੀ ਹੋ ਗਈ ਜੋ ਉਸ ਰਾਜੇ ਦੀ ਹੋਈ, ਜਿਵੇਂ ਉਹ ਸੁੱਤਾ ਪਿਆ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ। ਅਸਲ ਜ਼ਿੰਦਗੀ ਦੇ ਵਿੱਚ ਤੇ ਉਹ ਰਾਜਾ ਸੀ, ਲੇਕਿਨ ਜਦੋਂ ਉਹ ਸੁੱਤਾ ਤੇ ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਕੇ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਤੇ ਆਪਣਾ ਰਾਜ ਛੱਡ ਕੇ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ। ਭਗਤ ਜੀ ਕਹਿ ਰਹੇ ਹਨ ਕਿ ਉਹੀ ਹਾਲਤ ਸਾਡੇ ਜੀਵਾਂ ਦੀ ਹੈ ਕਿ ਅਸੀਂ ਭਰਮ ਦੇ ਵਿੱਚ ਫਸ ਕੇ ਹੀ ਆਪਣੀ ਸਾਰੀ ਉਮਰ ਲੰਘਾ ਦਿੰਦੇ ਹਾਂ ਤੇ ਪਰਮਾਤਮਾ ਦਾ ਜੋ ਅਸਲੀ ਰੂਪ ਹੈ ਉਹ ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਭਰਮ ਭੁਲੇਖੇ ਦੇ ਵਿੱਚ ਹੀ ਆਪਣਾ ਟਾਈਮ ਬਤੀਤ ਕਰ ਦਿੰਦੇ ਹਾਂ। ਫਿਰ ਅਗਲੀ ਉਦਾਹਰਨ ਦੇ ਰਹੇ ਹਨ। ਰਾਜ ਭੁਯੰਗ ਪ੍ਰਸੰਗ ਜੈਸੇ। ਇੱਥੇ ਰਾਜ ਦਾ ਅਰਥ ਹੈ ਰੱਸੀ। ਰਾਜ ਰੱਜੂ ਤੋਂ ਭਾਵ ਰੱਸੀ। ਰਾਜ ਭੁਯੰਗ, ਭੁਯੰਗ ਕਹਿੰਦੇ ਨੇ ਸੱਪ, ਸਰਪ ਨੂੰ। ਪ੍ਰਸੰਗ ਜੈਸੇ ਹੈ ਅਵਕਸ਼ ਮਰਮ ਜਨਾਇਆ। ਜਿਵੇਂ ਰਾਤ ਦੇ ਅੰਧੇਰੇ ਵਿੱਚ ਇੱਕ ਰੱਸੀ ਪਈ ਹੋਵੇ ਤੇ ਬੰਦੇ ਨੂੰ ਇੱਦਾਂ ਦਾ ਭਰਮ ਪੈ ਜਾਂਦਾ ਹੈ ਕਿ ਉਹ ਇੱਦਾਂ ਲੱਗਦਾ ਹੈ ਜਿਵੇਂ ਸੱਪ ਪਿਆ ਹੋਵੇ। ਹੁਣ ਇਹ ਵੀ ਇੱਕ ਭਰਮ ਆ। ਜਿਨ੍ਹਾਂ ਦੇ ਨਾਲ ਇੱਦਾਂ ਹੋਇਆ ਹੋਵੇਗਾ ਉਹਨਾਂ ਨੂੰ ਪਤਾ ਹੋਵੇਗਾ ਕਿ ਇੱਕ ਰੱਸੀ ਨੂੰ ਸੱਪ ਸਮਝ ਲੈਣਾ। ਕਿਸੇ ਮੰਨ ਲਓ ਆਪਾਂ ਕਿਸੇ ਅਣਜਾਣੇ ਥਾਂ 'ਤੇ ਗਏ, ਉੱਥੇ ਅਸੀਂ ਪਹਿਲਾਂ ਕਦੀ ਨਹੀਂ ਗਏ, ਸਾਰਾ ਦਿਨ ਉੱਥੇ ਨਹੀਂ ਗਏ, ਰਾਤ ਦੇ ਟਾਈਮ ਅਸੀਂ ਕਿਤੇ ਜਾ ਰਹੇ ਹਾਂ ਤੇ ਰਾਤ ਦੇ ਟਾਈਮ ਅੱਗੇ ਰੱਸੀ ਇਸ ਤਰੀਕੇ ਨਾਲ ਪਈ ਹੈ ਜਿਵੇਂ ਸੱਪ ਪਿਆ ਹੋਵੇ ਤੇ ਉਹ ਸਾਨੂੰ ਉਹ ਸੱਪ ਹੀ ਨਜ਼ਰ ਆਵੇਗੀ। ਲੇਕਿਨ ਜਦੋਂ ਅਸੀਂ ਉਹਦੇ ਕੋਲ ਜਾਵਾਂਗੇ, ਲਾਗੇ ਜਾਵਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਇਹ ਤੇ ਸੱਪ ਨਹੀਂ, ਇਹ ਇੱਕ ਰੱਸੀ। ਸੋ ਗੁਰੂ ਸਾਹਿਬ ਕਹਿ ਰਹੇ ਹਨ ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ। ਅਗਲੀ ਉਦਾਹਰਨ ਦੇ ਰਹੇ ਹਨ ਕਿ ਜਿਵੇਂ ਕਟਕ ਕਹਿੰਦੇ ਹਨ ਕੜੇ ਨੂੰ। ਅਨਕ ਕਟਕ ਜੈਸੇ ਭੂਲ ਪਰੇ। ਅਨਕ ਕੜੇ, ਬਹੁਤ ਸਾਰੇ ਕੜੇ ਹੋਣ ਤੇ ਉਹ ਇੱਕ ਹੀ ਮੈਟਲ ਤੋਂ ਬਣੇ ਹੁੰਦੇ ਹਨ। ਜਿਵੇਂ ਮੰਨ ਲਓ ਸੋਨੇ ਦੇ ਕੜੇ ਹਨ
सोने के अनेक कड़े बने हों तो जे उन्होंने सारिया कड़ियां नूं पिघला के फिर एक किया जाए तो वह सोने का सोना ही रह जाता है। इस तरह ही अनक कटक जैसे भूल परे अब कहते कहन ना आया कि वो भी एक भरम है। आपां उसनूं सोने तो वख समझ लीए, कहीए कि सोना वखरा है, वो मैटल वखरा है तो ये कड़े वखरे हैं। सो वो कड़े तो ਵੱਖ-ਵੱਖ, भूखण के ਵੱਖ-ਵੱਖ, गहने के ਵੱਖ-ਵੱਖ हो सकते हैं, लेकिन असल दे विच वो सोना सोना ही है। जे लोहे के कड़े होणगे लोहे का लोहा ही है, जे वो चांदी के होणगे तो चांदी चांदी ही है। इस करके उन्हां दे विच कड़ियां दे विच ते उस मैटल दे विच कोई फर्क नहीं होवेगा। अनक कटक जैसे भूल परे अब कहते कहन ना आया सर्वे एक अनेक स्वामी सब कट भुगवै सोई कहे रविदास हाथ पै नेरै सहजे होए सो होए। सर्वे एक अनेक स्वामी, वो सारियां दे विच वो सब जगह ते परमात्मा रमिया होया। घट घट मैं हर जू बसै संतन कयो पुकार। वो सारियां दे विच सब सारी सृष्टि दे विच परमात्मा सर्व व्यापक होके विराजिया होया। सिर्फ तो सिर्फ भरम साडे मन का कि असी उसनूं सब जगह नहीं देखते, असी उन्होंने सब जगह नहीं मानते, तां करके साडे मन दे विच भरम पिया होया। वो तो परमात्मा साडे इन्ना नेड़े है जिन्ना साडे नेड़े ये हथ भी नहीं। अज आपां देखिए कि साडे शरीर ते कोई भी प्रतिक्रिया होंदी तो सब तो पहला हथ चलिया जाता, पैर ते होवे, लक च होवे जां सिर ते होवे, उस वेले ही हथ जाके देखदा है कि इत्थे की होया। मान लो कि खारिश होई तो उस वेले हथ साडे उस अंग ते चलिया जाता। लेकिन गुरु साहब जी का प्रमाण है कहे रविदास हाथ पै नेरै सहजे होए सो होए। वो हथ तो भी नेड़े है कि वो इन्नी जल्दी साडा हथ भी उत्थे नहीं पहुँच सकता। इन्ना वो सतगुरु पातशाह वो परमात्मा वो सब जगह रहन वाला, सब घट घट दे विच वासी वो परमात्मा वो सारियां विच रहन वाला इन्ना साडे नेड़े है। सब घट भुगवै सोई कहे रविदास हाथ पै नेरै सहजे होए सो होए। सो ये साडे मन का एक भरम बन जाता है। सो सतगुरु जी कह रहे हैं भादोए भरम उलाणियां दूजे लगा है। ये एक साडे जीव रूपी इस्त्री जो है उसके मन में ये एक भरम पैदा हो गया। जिमें इस स्थान ते बदल आया, बदल वर के फिर एकदम धुप लग गई तो हुमस लग गई, चमासा लग गया तो गर्मी हो गई तो आप समझ लेंगे कि ठंडा सी मौसम एकदम गर्मी हो गई। ये एक भरम हो सकता है, इसे करके इसका नाम भादों है। भादोए भरम उलाणियां दूजे लगा है। जिहड़ा दूजे दे नाल प्यार पा लेना वो एक भरम ते हो सकता है, वो प्यार नहीं हो सकता। हेत का मतलब इत्थे हुंदा है मोह प्यार। वो दूजे दे नाल प्यार करना, अपने स्वामी नूं छड्ड के अपने इष्ट नूं छड्ड के दूजे दे नाल प्यार करना, दूजे दे नाल हेत लाउणा, ये एक भरम हो सकता है, ये एक प्यार नहीं हो सकता। अगे सतगुरु जी कह रहे हैं लख शिंगार बनाया कारज ना ही केत। कि भावें वो लखां हार शिंगार कर लवे किसे काम नहीं आउंदा, किसे भी काम नहीं आउंदा। असी अपने शरीर के उत्ते जिन्ने चाहे शिंगार कर लिए, जिन्नी देर तक उसका स्वामी, उसका पति, उसका स्वामी उसके नाल सहमत नहीं तो उन्नी देर तक वो शिंगार किए हुए सब व्यर्थ हैं। लख शिंगार बनाया कारज ना ही केत। जित दिन देह बिनस सी तित वेले कह सन प्रेत। जित दिन देह बिनस सी, जिस वेले, जित दिन जिस वेले देह बिनस सी, ये शरीर जिस दिन मनुख का शरीर नाश होवेगा, जदों मनुख मर जाएगा उस वेले सारे साथ अंग साथ आखणगे कि ये हुण गुजर गया, ये हुण मर गया। सो इसनूं बाद विच प्रेत का अर्थ है, आप प्रेत का अर्थ इत्थे आखरी अर्थ करांगे भूत प्रेत।
कि उसनूं असीं ये गल कहांगे कि वो चल वसिया। जदों ये शरीर विनस जाएगा, जदों इस शरीर के विचों बोलता पुरख निकल जाएगा तो असीं इसनूं मृतक इकरार दे देंगे। तो फिर इस नाल हुंदा की है, पकड़ चलायन दूत जम किसे ना देनी भेट। पकड़ चलायन दूत जम, फिर उन्होंने पकड़ के ते लै जाते हैं, किसी ना देनी भेट। जे असीं इत्थों किते जाना होवे, जलंधरों अंमृतसर जाना होवे, जां असीं लुधियाणे जाना होवे, जां किते जाना होवे, तो आपां आखीदा कि असीं फोन करके दस देवांगे, जदों पहुँच के तुहानूं फोन करके दस देवांगे कि असीं पहुँच गए। लेकिन सतगुरु जी ये गल कह रहे हैं कि पकड़ चलायन दूत जम किसे ना देनी भेत। वो किसी नूं दसदे नहीं, जां अजे तक कोई इस देह दे विचों, इस शरीर दे विचों कोई गया होवे तो उन्हें जाके किसी नूं दस्सिया होवे कि मैं भाई पहुँच गया। इदां कदे नहीं हुंदा। ये शरीर दे विचों जदों असीं इस शरीर का त्याग करना है तो किसी नूं भी इस गल का जिक्र नहीं मिलता, किसी नूं भी इस गल का पता नहीं है कि वो कित्थे चला जाता। सोरठ राग के अंदर धन श्री गुरु नानक देव जी महाराज कहते हैं, सबना मरना आया विछोड़ा सबना, पुछो जाए सियाणिया आगे मिलन किना। कि वो जीव कित्थों आया तो कित्थे चला गया, ये बारे किसी नूं भी कोई जिक्र नहीं रहिंदा, किसी नूं भी कोई पता नहीं रहिंदा। सो इस करके पकड़ चलायन दूत जम किसे ना देनी भेत, छड्ड खड़ोते खिने माहे जिन स्यों लगा हेत। जिन्हां अपने संबंधियों के नाल, जिन्हां साख संबंधियों के नाल बड़ा प्यार बनया होया सी, बड़ा प्यार बनाया होया सी, वो पल विच ही सारे साथ छड़ बैठते हैं। जिन्ना मर्जी किसी के नाल प्यार होवे, आखिर जदों बंदा चलिया जाता है, ਉਹਦਾ शरीर मृतक रूप विच पिया रहिंदा है, तो बस यही गल सारे पुछते हैं कि बस हुण कदों लैके जा, कि इसदा अंतिम संस्कार करने वास्ते इसनूं किन्ने बजे लैके जाना। सारिਆਂ ਦੇ ਮੂੰਹ 'ਤੇ यही गल हुंदी। थोड़ी देर वास्ते ये गल जरूर कह दिंदे हैं कि बहुत माड़ा होया, बहुत साडा प्यारा सी, बहुत साडा सज्जन सी। इस गल नूं सारे ही आखण, लेकिन जदों इस शरीर ने इस दुनिया दे विचों वो शरीर दे अंदरों आत्मा निकल के परलोक गमन कर गई, तो पिछे साख संबंधी जिन्हां दे नाल इन्ना प्यार बनिया होया सी, सिवाए ये गल कहण तो कि बहुत माड़ा होया, इस तो इलावा कुछ भी नहीं रहिंदा। इस तो अगे किसी का भी कोई प्यार नहीं। छड्ड खड़ोते खिने माहे जिन स्यों लगा हेत, जिन्हां दे नाल प्यार किया सी उस उन्हां सारियां ने साथ छड्ड दिता। हथ मरोड़े तन कंपे स्याऊं हुआ से। हथ मरोड़े कि उस जीव दे, उस प्राणी दे जदों वो इस दुनिया नूं छड्डण लगदा है, जदों वो इस शरीर दे विचों उसकी आत्मा निकलण लगदी है, मनमुख आदमी भी जिसने अपने प्रभु पति दे नाल प्यार नहीं पाया, दूजे दे नाल हेत लाया होया है, दूजे लगा हेत, जिहदा दूजे दे नाल प्यार है, उसने जदों इस शरीर का त्याग करना है, हथ मरोड़े तन कंपे। ਉਹਦਾ ਹੱਥ, ਉਹਦੇ ਮਰਨ ਸਮੇਂ ਜੋ ਲੱਛਣ ਪੈਦਾ ਹੁੰਦੇ ਹਨ, ਉਸ ਬਾਰੇ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਕਿ ਜਦੋਂ ਮਨਮੁਖ ਪ੍ਰਾਣੀ, ਜਦੋਂ ਕੋਈ ਬੰਦਾ, ਜਦੋਂ ਉਹ ਜੀਵ ਇਸ ਦੁਨੀਆ ਨੂੰ, ਇਸ ਸਰੀਰ ਦਾ ਤਿਆਗ ਕਰੇਗਾ, ਤਾਂ ਉਸ ਦੇ ਸਰੀਰ ਦੇ ਉੱਤੇ ਕੀ ਕੀ ਲੱਛਣ ਪੈਦਾ ਹੋਣ। ਉਹਨਾਂ ਲੱਛਣਾਂ ਬਾਰੇ ਗੱਲ ਕਰ ਰਹੇ ਕਿ ਉਹਦੇ ਹੱਥ ਮਰੋੜੇ, ਹੱਥ ਉਹਦੇ ਮੁੜ ਜਾਣਗੇ, ਹੱਥਾਂ ਦੇ ਕੁੰਡ ਮੁੜ ਜਾਣਗੇ, ਪੈਰ ਮੁੜ ਜਾਣਗੇ, ਤਨ ਕੰਪੇ। ਇੱਥੇ ਸ਼ਬਦ ਲਿਖਿਆ ਕੱਪੇ, ਕੱਕਾ ਪੱਪੇ ਲਾ, ਤੇ ਇਸ ਦਾ ਅਸੀਂ ਉਚਾਰਨ ਕਰਾਂਗੇ ਕੰਪੇ, ਕੰਬੀ ਦਾ, ਉਹਦਾ ਸਰੀਰ ਕੰਬਦਾ ਹੈ। ਹੱਥ ਮਰੋੜੇ ਤਨ ਕੰਪੇ ਸਿਆਉ ਹੁਆ ਸੇ, ਕਿ ਉਸ ਦੇ ਸਰੀਰ ਦੇ ਉੱਤੇ ਲੱਛਣ ਇਹ ਦਿਸਣਗੇ ਕਿ ਹੱਥ ਮਰੋੜੇ ਜਾਣਗੇ, ਹੱਥਾਂ ਦੇ ਕੁੰਡ ਬਣ ਜਾਣਗੇ, ਤੇ ਤਨ ਨੂੰ ਇੱਕ ਕੰਬਣੀ ਆਵੇਗੀ, ਤਨ ਕੰਬੇਗਾ, ਤੇ ਸਿਆਉ ਹੁਆ ਸੇ,
ਸਿਆਹ ਰੰਗ ਹੁੰਦਾ ਹੈ, ਕਾਲਾ ਜਿਹਾ, ਕਾਲਾ, ਤੇ ਸੇਤ ਹੁੰਦਾ ਹੈ ਚਿੱਟਾ, ਸਫੇਦ। ਉਹਦਾ ਸਰੀਰ ਦਾ ਰੰਗ ਪਹਿਲਾਂ ਜੀਂਦੇ ਜੀ ਚਾਹੇ ਜਿਵੇਂ ਦਾ ਮਰਜ਼ੀ ਹੋਵੇ, ਚਾਹੇ ਉਹ ਗੋਰਾ ਹੋਵੇ, ਕਾਲਾ ਹੋਵੇ, ਲੇਕਿਨ ਜਦੋਂ ਉਸ ਦਾ ਮਰਨ ਸਮੇਂ ਦੇ ਜੇ ਉਹਦੇ ਸਰੀਰ 'ਤੇ ਜੋ ਲੱਛਣ ਪੈਦਾ ਹੋਣਗੇ, ਸਿਆਉਂ ਹੋਆ ਸੇ, ਇੱਕੇ ਦਮ ਉਹਦੇ ਸਰੀਰ ਦਾ ਰੰਗ ਕਾਲੇ ਤੋਂ ਚਿੱਟਾ ਪੈ ਜੇ। ਹੱਥ ਮਰੋੜੇ ਤਨ ਕੰਪੇ ਸਿਆਉਂ ਹੋਆ ਸੇ, ਉਹਦਾ ਰੰਗ ਕਾਲੇ ਤੋਂ ਚਿੱਟਾ ਪੈ ਜਾਏਗਾ। ਜਿਹਾ ਬੀਜੈ ਸੋ ਲੁਣੈ ਕਰਮਾ ਸੰਗੜਾ ਖੇ। ਫਿਰ ਅੱਗੇ ਕਹਿੰਦੇ ਕਿ ਜਦੋਂ ਉਹ ਪ੍ਰਾਣੀ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ, ਉਹਨਾਂ ਨੇ ਇਸ ਲੋਕ ਦਾ ਤੇ ਜ਼ਿਕਰ ਕਰ ਦਿੱਤਾ ਕਿ ਇੱਥੇ ਕੀ ਹੋਵੇਗਾ ਜਦੋਂ ਇਹ ਸਰੀਰ ਵਿੰਸੇਗਾ, ਤੇ ਫਿਰ ਇਸ ਸਰੀਰ ਨੂੰ ਪਿੱਛੋਂ ਕੀ ਆਖਣਗੇ, ਹਿਤ ਵੇਲੇ ਕਹਿਸਨ ਪ੍ਰੇਤ, ਫਿਰ ਉਹਨੂੰ ਕੀ ਕਰਨਗੇ, ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਤ। ਤੇ ਫਿਰ ਇਹ ਵੀ ਸਾਨੂੰ ਦੱਸ ਦਿੱਤਾ ਕਿ ਜਦੋਂ ਉਸ ਪ੍ਰਾਣੀ ਦੀ ਜੀਵ ਆਤਮਾ ਇਸ ਦੁਨੀਆ ਤੋਂ ਚਲੀ ਜਾਵੇਗੀ ਤੇ ਪਿੱਛੇ ਸਰੀਰ ਦੇ ਨਾਲ ਕੀ ਹੋਵੇਗਾ, ਛੱਡ ਖੜੋਤੇ ਖਿਨੇ ਮਾਹੇ ਜਿਨਸਿਓਂ ਲੱਗਾ ਹੋਏ। ਤੇ ਫਿਰ ਜਦੋਂ ਜਾਨ ਨਿਕਲੇਗੀ, ਉਸ ਜੀਵ ਆਤਮਾ ਇਹ ਸਰੀਰ ਦੇ ਵਿੱਚੋਂ ਨਿਕਲੇਗੀ ਤੇ ਕੀ ਹੋਵੇਗਾ, ਹੱਥ ਮਰੋੜੇ ਤਨ ਕੰਪੇ ਸਿਆਉਂ ਹੋਆ ਸੇ। ਤੇ ਫਿਰ ਜਦੋਂ ਉਹ ਜੀਵ ਆਤਮਾ ਇਸ ਦੁਨੀਆ ਤੋਂ ਪਰਲੋਕ ਵਿੱਚ ਚਲੀ ਗਈ, ਪਿਛਲੇ ਵਾਲਿਆਂ ਨੇ ਜੋ ਸਰੀਰ ਦੇ ਨਾਲ ਕਾਰ ਵਿਹਾਰ ਬਣਦਾ ਸੀ, ਜੋ ਕਿਰਿਆਕਰਮ ਬਣਦਾ ਸੀ, ਉਹਦਾ ਕਿਰਿਆਕਰਮ ਕੀਤਾ। ਤੇ ਫਿਰ ਅਗਲਾ ਜ਼ਿਕਰ ਕਰ ਰਹੇ ਨੇ ਕਿ ਉਸ ਪ੍ਰਾਣੀ ਦੇ ਨਾਲ ਕੀ ਹੋਵੇਗਾ। ਅੱਗੇ ਪ੍ਰਾਣੀ ਦਾ ਜ਼ਿਕਰ ਕਰ ਰਹੇ ਹਨ ਕਿ ਉਹ ਜੋ ਜੀਵ ਆਤਮਾ ਨੂੰ ਲੈ ਕੇ ਗਏ ਸੀ, ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਤ, ਜਿਹੜੇ ਲੈ ਕੇ ਗਏ ਸੀ, ਫਿਰ ਉਹਦਾ ਕੀ ਬਣੇਗਾ। ਸਤਿਗੁਰੂ ਜੀ ਕਹਿੰਦੇ ਹਨ, ਜਿਹਾ ਬੀਜੈ ਸੋ ਲੁਣੈ ਕਰਮਾ ਸੰਗੜਾ ਖੇ, ਕਿ ਜੋ ਵੀ ਉਸ ਪ੍ਰਾਣੀ ਨੇ, ਉਸ ਜੀਵ ਨੇ, ਉਸ ਦੇਹ ਧਾਰੀ ਮਾਨਵ ਨੇ ਜੋ ਵੀ ਇਸ ਦੁਨੀਆ ਦੇ ਵਿੱਚ ਕੰਮ ਕੀਤੇ ਹੋਣ, ਆਪਣੇ ਕੰਮਾਂ ਰੂਪੀ, ਆਪਣੇ ਕਰਮਾਂ ਰੂਪੀ ਜੋ ਬੀਜ ਬੀਜੇ ਹੋਣਗੇ, ਉਹਨਾਂ ਦਾ ਹੀ ਫਲ ਲੈ ਕੇ ਜਾਵੇਗਾ। ਜਿਹਾ ਬੀਜੈ ਸੋ ਲੁਣੈ, ਜਿਹੋ ਜਿਹਾ ਬੀਜੇਗਾ ਉਹੇਗਾ ਲੁਣੇ। ਲੁਣੇ ਦਾ ਅਰਥ ਹੈ ਕੱਟੇਗਾ, ਪ੍ਰਾਪਤ ਕਰੇਗਾ। ਇੱਥੇ ਆਪਾਂ ਕਹਾਂਗੇ ਪ੍ਰਾਪਤ ਕਰੇਗਾ। ਜਿਹਾ ਬੀਜੈ ਸੋ ਲੁਣੈ, ਸੋ ਲੁਣੈ ਭਾਵ ਪ੍ਰਾਪਤ ਕਰੇਗਾ, ਜੋ ਬੀਜੇਗਾ ਉਹੀ ਪ੍ਰਾਪਤ ਕਰੇਗਾ। ਕਰਮਾ ਸੰਧੜਾ ਖੇਤ, ਇਹ ਕਰਮਾਂ ਰੂਪੀ ਖੇਤ ਦੇ ਵਿੱਚ ਜੋ ਵੀ ਕਰਮ ਕਰੇਗਾ, ਜੈਸਾ ਵੀ ਕਰਮ ਦਾ ਬੀਜ ਪਾਏਗਾ, ਉਸਾ ਹੀ ਉਹਨੂੰ ਪ੍ਰਾਪਤ ਹੋਏਗਾ, ਉਹ ਜਿਹਾ ਹੀ ਉਹਨੂੰ ਪ੍ਰਾਪਤ ਹੋਵੇਗਾ, ਉਹ ਜਿਹਾ ਹੀ ਉਹਨੂੰ ਮਿਲੇਗਾ। ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਆਖ ਤੇ ਦਿੰਦੇ ਹਾਂ ਕਿ ਚਲੋ ਇੱਥੇ ਸਾਨੂੰ ਕਿਹੜਾ ਕੋਈ ਦੇਖਦਾ, ਜਿਹੋ ਜਿਹੇ ਮਰਜ਼ੀ ਕਰਮ ਕਰੀ ਚੱਲੀਏ, ਕਿਸੇ ਨਾਲ ਧੋਖਾ ਕਰ ਲਈਏ, ਕਿਸੇ ਨਾਲ ਫਰੇਬ ਕਰ ਲਈਏ, ਕਿਹੜਾ ਸਾਨੂੰ ਕੋਈ ਦੇਖਦਾ। ਅਸੀਂ ਇੱਕ ਦੂਜੇ ਦੇ ਪਿੱਛੇ, ਇੱਕ ਦੂਜੇ ਦੀ ਪਿੱਠ ਪਿੱਛੇ ਅਸੀਂ ਜੋ ਵੀ ਕਰਦੇ ਹਾਂ, ਸਾਨੂੰ ਪਤਾ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ। ਲੇਕਿਨ ਇੱਥੇ ਸਤਿਗੁਰੂ ਜੀ ਕਹਿ ਰਹੇ ਹਨ, ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ, ਕਿ ਉਹਨੂੰ ਉਹ ਹੀ ਪ੍ਰਾਪਤ ਹੋਵੇਗਾ। ਜੇ ਉਹਨੇ ਕਿਸੇ ਨਾਲ ਧੋਖਾ ਕੀਤਾ ਹੋਵੇਗਾ, ਫਰੇਬ ਕੀਤਾ ਹੋਵੇਗਾ, ਕਿਸੇ ਦੇ ਨਾਲ ਲੁੱਟ ਮਾਰ ਕੀਤੀ ਹੋਵੇਗੀ, ਜਾਂ ਕਿਸੇ ਦੇ ਉੱਤੇ ਦੂਸ਼ਣ ਲਾਏ ਹੋਣਗੇ, ਜਾਂ ਕਿਸੇ ਵੀ ਪ੍ਰਕਾਰ ਦੀ ਜੈਸੇ ਵੀ ਕਰਮ ਕੀਤੇ ਹੋਣਗੇ, ਉਹਨਾਂ ਦਾ ਫਲ ਉਹਨੂੰ ਮਿਲੇਗਾ। ਜੇ ਆਪਾਂ ਇੱਧਰ ਆ ਜਾਈਏ ਕਿ ਜੇ ਉਹਨੇ ਸੇਵਾ ਕੀਤੀ ਹੋਵੇਗੀ, ਗੁਰੂ ਘਰ ਦੇ ਵਿੱਚ ਆ ਕੇ ਕਿਸੇ ਮਹਾਂਪੁਰਖ ਦੀ ਸੇਵਾ ਕੀਤੀ ਹੋਵੇਗੀ, ਨਾਮ ਜਪਣ ਵਾਲੀ ਰੂਹ ਦੀ ਸੇਵਾ ਕੀਤੀ ਹੋਵੇਗੀ, ਜੇ ਉਹਨੇ ਬਾਣੀ ਪੜ੍ਹੀ ਹੋਵੇਗੀ, ਜੇ ਉਹਨੇ ਸੇਵਾ ਕੀਤੀ ਹੋਵੇਗੀ, ਗੁਰਬਾਣੀ ਸੁਣੀ ਹੋਵੇਗੀ, ਕਥਾ ਸੁਣੀ ਹੋਵੇਗੀ, ਕੀਰਤਨ ਕੀਤਾ ਹੋਵੇਗਾ, ਕੀਰਤਨ ਸੁਣਿਆ ਹੋਵੇਗਾ, ਤੇ ਉਹ ਉਹਦਾ ਕਰਮ ਬਣ ਕੇ ਤੇ ਉਹਦੇ ਨਾਲ ਜਾਵੇਗਾ। ਇਸੇ ਕਰਕੇ ਸਤਿਗੁਰੂ ਜੀ ਪਾਤਸ਼ਾਹ ਕਹਿ ਰਹੇ ਹਨ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਸ ਤਰ੍ਹਾਂ ਦੇ ਬੀਜ ਬੀਜਿਆ ਕਰ ਗੁਰਮੁਖ ਪਿਆਰਿਆ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਸ ਜੀਵਾਂ ਨੂੰ ਗੁਰਬਾਣੀ ਅੰਦਰ ਬਹੁਤ ਇੱਦਾਂ ਦੇ ਖਿਆਲ ਦਿੰਦੇ ਹਨ, ਲੇਕਿਨ ਸਮਾਂ ਵੀ ਦੇਖਣਾ ਪੈਂਦਾ ਹੈ। ਬਹੁਤ ਸਮਾਂ ਹੋ ਜਾਣਾ ਆਪਾਂ ਜੇ ਲੰਮੀ ਵਿਸਥਾਰ ਨਾਲ ਗੱਲ ਕਰੀਏ, ਲੇਕਿਨ ਜੇ ਅਸੀਂ ਆਪਣੇ ਕਰਮਾਂ ਨੂੰ ਸੁਧਾਰ ਲਈਏ ਤੇ ਸਾਡਾ ਪਰਲੋਕ ਵੀ ਸੁਧਰ ਜਾਏਗਾ।
ਜੈ ਜਿਹਾ ਬੀਜੈ ਸੋ ਲੁਣੇ ਕਰਮਾਂ ਸੰਧੜਾ ਖੇਤ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਤੇ ਅਸੀਂ ਆਪਣੇ ਆਪ ਨੂੰ ਕਿੱਦਾਂ ਸੁਧਾਰ ਸਕਦੇ ਹਨ? ਆਪਾਂ ਕੀ ਸੁਧਾਰ ਸਕਦੇ ਹਾਂ ਆਪਣੇ ਆਪ ਦੀ? ਹੇ ਨਾਨਕ, ਜਿਨ੍ਹਾਂ ਦਾ ਰਾਖਾ ਤੇ ਹਿੱਤੂ ਗੁਰੂ ਬਣਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ ਰੂਪ ਜਹਾਜ਼ ਵਿੱਚ ਚੜਾ ਦਿੰਦਾ ਹੈ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇ। ਬੋਹਿਤ ਦਾ ਅਰਥ ਹੈ ਜਹਾਜ਼। ਤੇ ਜਦੋਂ ਅਸੀਂ ਗੁਰੂ ਦੀ ਸ਼ਰਨ ਚਲੇ ਜਾਂਦੇ ਹਾਂ, ਨਾਨਕ ਪ੍ਰਭ ਸ਼ਰਨਾਗਤੀ ਪ੍ਰਭੂ ਦੀ ਸ਼ਰਨ ਚਲੇ ਜਾਂਦੇ ਹਾਂ, ਤੇ ਸ਼ਰਨ ਗਿਆਂ ਦੀ ਉਹ ਗੱਤ ਰੱਖ ਲੈਂਦਾ ਹੈ, ਉਹ ਪੱਤ ਰੱਖ ਲੈਂਦਾ ਹੈ। ਉਹ ਆਪਣੇ ਚਰਨਾਂ ਰੂਪੀ ਜਹਾਜ਼ ਦੇ ਵਿੱਚ ਨਾਮ ਰੂਪੀ ਸ਼ਬਦ ਦੇ ਕੇ ਸਾਨੂੰ ਚੜਾ ਕੇ ਸਾਨੂੰ ਪਾਰ ਉਤਾਰ ਦੇਵੇਗਾ ਤੇ ਉਸ ਦਾ ਬੇੜਾ ਪਾਰ ਹੋ ਜਾਵੇਗਾ। ਫਿਰ ਉਸ ਨੂੰ ਜੰਮਣ ਮਰਨ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਪਵੇਗਾ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਫਿਰ ਭਾਦੋਂ ਦੇ ਵਿੱਚ ਉਹ ਨਰਕ ਵਿੱਚ ਨਹੀਂ ਜਾਂਦਾ। ਸੇ ਭਾਦੋਏ ਨਰਕ ਨਾ ਪਾਈਏ, ਉਹ ਨਰਕ ਵਿੱਚ ਨਹੀਂ ਜਾਂਦਾ। ਗੁਰ ਰੱਖਣ ਵਾਲਾ ਹੈ। ਇਹ ਗੁਰੂ ਦਾ ਪਿਆਰ ਹੀ ਜਿਹੜਾ ਹੈ ਉਹੀ ਮਨੁੱਖ ਨੂੰ ਰੱਖਦਾ ਹੈ। ਉਹ ਨਰਕ ਵਿੱਚ ਨਹੀਂ ਪਾਏ ਜਾਂਦੇ, ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਹਨ। ਹੇਤ ਦਾ ਅਰਥ ਹੈ ਪਿਆਰ, ਪ੍ਰੇਮ। ਤੇ ਗੁਰੂ ਰੱਖਣ ਵਾਲਾ ਹੈ। ਗੁਰੂ ਦਾ ਪਿਆਰ ਹੀ ਉਸ ਮਨੁੱਖ ਦੀ ਰੱਖਿਆ ਕਰਦਾ ਹੈ। ਤੇ ਇੰਨੀਆਂ ਬੇਨਤੀਆਂ ਕਰਦੇ ਹੋਏ क्षमा ਦੇ ਜਾਚਕ ਹਾਂ। ਆਓ ਅਖੀਰੀਆਂ ਪੰਕਤੀਆਂ ਪੜ੍ਹ ਕੇ ਤੇ ਫਤਿਹ ਬੁਲਾਈਏ। ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।